ਇੱਕ ਸਮੇਂ ਦੀ ਗੱਲ ਹੈ। ਇੱਕ ਗਰੀਬ ਵਿਧਵਾ ਜਨਾਨੀ ਆਪਣੇ ਪੁੱਤਰ ਦੇ ਨਾਲ ਰਹਿੰਦੀ ਸੀ। ਉਸ ਦਾ ਬੇਟਾ ਜੈਕ ਕੰਮ ਨਹੀਂ ਕਰਦਾ ਸੀ ਕਿਉਂਕਿ ਉਹ ਬਹੁਤ ਆਲਸੀ ਸੀ। ਇਸੇ ਵਜ੍ਹਾ ਕਰਕੇ ਉਹਨਾਂ ਦੇ ਕੋਲ ਪੈਸੇ ਨਹੀਂ ਹੁੰਦੇ ਸੀ। ਮਾਂ, ਖਾਣ ਲਈ ਕੁਝ ਹੈ? ਮੈਨੂੰ ਭੁੱਖ ਲੱਗੀ ਹੈ। ਦਿਨ ਗੁਜ਼ਰਦੇ ਗਏ। ਉਹ ਲੋਕ ਹੋਰ ਗਰੀਬ ਹੁੰਦੇ ਗਏ। ਇੱਕ ਵਕਤ ਆਇਆ ਜਦ ਉਹਨਾਂ ਨੂੰ ਆਪਣੀ ਗਾਂ ਮਿਲਕ ਵਾਈਟ ਵੀ ਵੇਚਣੀ ਪਈ ਕਿਉਂਕਿ ਉਹ ਉਹਨੂੰ ਖਾਣ ਲਈ ਵੀ ਨਹੀਂ ਦੇ ਪਾ ਰਹੇ ਸੀ। ਜੈਕ ਦੀ ਮਾਂ ਨੇ ਉਸ ਨੂੰ ਕਿਹਾ ਕਿ ਗਾਂ ਨੂੰ ਬਾਜ਼ਾਰ ਵਿੱਚ ਜਾ ਕੇ ਸਭ ਤੋਂ ਉੱਚੇ ਮੁੱਲ ਤੇ ਵੇਚੀ, ਸ਼ਾਇਦ ਫਿਰ ਉਹ ਖਾਣ ਦੇ ਲਈ ਕੁਝ ਖਰੀਦ ਸਕਣ। ਬਾਜ਼ਾਰ ਜਾਂਦੇ ਟਾਈਮ ਜੈਕ ਨੂੰ ਇੱਕ ਅਜੀਬ ਵਿਖਣ ਵਾਲਾ ਬੁੱਢਾ ਮਿਲਿਆ। ਉਸ ਬੁੱਢੇ ਆਦਮੀ ਨੇ ਗਾਂ ਦੇ ਵੱਲ ਵੇਖਿਆ ਅਤੇ ਜੈਕ ਨੂੰ ਕਿਹਾ, ਹੈਲੋ ਮੇਰੇ ਬੱਚੇ, ਜੇ ਤੂੰ ਮੈਨੂੰ ਆਪਣੀ ਗਾਂ ਦੇਵੇਂਗਾ ਤਾਂ ਮੈਂ ਤੈਨੂੰ ਉਹਦੇ ਬਦਲੇ ਬਹੁਤ ਹੀ ਕੀਮਤੀ ਚੀਜ਼ ਦੇਵਾਂਗਾ। ਜੈਕ ਇਹ ਸੁਣ ਕੇ ਕਾਫੀ ਖੁਸ਼ ਹੋਇਆ। ਬੁੱਢੇ ਆਦਮੀ ਨੇ 5 ਬੀਨਸ ਆਪਣੀ ਜੇਬ ਤੋਂ ਕੱਢੀਆਂ। ਬੀਨਸ? ਪਰ ਇਹ ਜਾਦੂਈ ਬੀਨਸ ਹਨ। ਜੈਕ ਨੂੰ ਉਹਦੇ ਤੇ ਪਹਿਲਾਂ ਤਾਂ ਵਿਸ਼ਵਾਸ ਨਹੀਂ ਹੋਇਆ, ਪਰ ਉਸ ਬੁੱਢੇ ਆਦਮੀ ਨੇ ਜ਼ੋਰ ਦੇ ਕੇ ਕਿਹਾ, ਸੁਣ ਮੇਰੇ ਬੱਚੇ, ਤੂੰ ਇੱਕ ਤੇਜ਼ ਤੇ ਹੋਸ਼ਿਆਰ ਮੁੰਡਾ ਹੈ। ਇਹ ਜਾਦੂਈ ਬੀਨਸ ਲੈ ਲੈ, ਤੈਨੂੰ ਪਛਤਾਵਾ ਨਹੀਂ ਹੋਏਗਾ। ਮੇਰੀ ਗੱਲ ਮੰਨ ਲੈ। ਜੈਕ ਨੇ ਉਹਦੇ ਤੇ ਵਿਸ਼ਵਾਸ ਕੀਤਾ ਅਤੇ ਉਹਨਾਂ ਜਾਦੂਈ ਬੀਨਸ ਦੇ ਬਦਲੇ ਆਪਣੀ ਗਾਂ ਮਿਲਕ ਵਾਈਟ ਉਹਨੂੰ ਦੇ ਦਿੱਤੀ। ਆਪਣੇ ਕੰਮ ਤੋਂ ਖੁਸ਼ ਹੋ ਕੇ ਜੈਕ ਘਰ ਵੱਲ ਦੌੜਿਆ। ਮਾਂ, ਵੇਖ ਮੈਂ ਕੀ ਲਿਆਇਆ ਹਾਂ। ਜੈਕ ਨੂੰ ਇੰਨਾ ਖੁਸ਼ ਵੇਖ ਕੇ ਉਹਦੀ ਮਾਂ ਨੂੰ ਇਹ ਲੱਗਿਆ ਕਿ ਉਹ ਗਾਂ ਨੂੰ ਬਹੁਤ ਹੀ ਚੰਗੇ ਮੁੱਲ ਤੇ ਵੇਚ ਕੇ ਆਇਆ ਹੈ। ਜਦੋਂ ਜੈਕ ਨੇ ਆਪਣੀ ਮਾਂ ਨੂੰ ਜਾਦੂਈ ਬੀਨਸ ਵਿਖਾਈਆਂ ਤਾਂ ਉਹ ਨਾਰਾਜ਼ ਹੋ ਗਈ। ਉਹਨੇ ਉਹਨਾਂ ਜਾਦੂਈ ਬੀਨਸ ਨੂੰ ਗਾਰਡਨ ਵਿੱਚ ਸੁੱਟ ਦਿੱਤਾ ਅਤੇ ਜੈਕ ਨੂੰ ਆਪਣੇ ਕਮਰੇ ਵਿੱਚ ਜਾਣ ਦੇ ਲਈ ਕਿਹਾ। ਤੂੰ ਆਪਣੇ ਕਮਰੇ ਵਿੱਚ ਹੀ ਰਹੇਂਗਾ ਜਦ ਤੱਕ ਮੈਂ ਤੈਨੂੰ ਬਾਹਰ ਆਉਣ ਦੇ ਲਈ ਨਹੀਂ ਕਹਿੰਦੀ, ਤੇ ਅੱਜ ਤੈਨੂੰ ਕੋਈ ਖਾਣਾ ਨਹੀਂ ਮਿਲੇਗਾ। ਸਵੇਰੇ ਜੈਕ ਨੇ ਆਪਣੀ ਬਾਰੀ ਤੋਂ ਬਾਹਰ ਝਾਂਕਿਆ ਤਾਂ ਉਹ ਹੈਰਾਨ ਹੋ ਗਿਆ। ਉਹਦੇ ਕਮਰੇ ਦੀ ਬਾਰੀ ਤੋਂ ਉਹਨੇ ਵੇਖਿਆ ਕਿ ਇੱਕ ਪੌਦਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਸੀ। ਇਹ ਨਾ ਤਾਂ ਕੋਈ ਸਧਾਰਨ ਪੇੜ ਸੀ ਤੇ ਨਾ ਹੀ ਕੋਈ ਫੁੱਲ। ਇਹ ਜਾਦੂਈ ਬੀਨਸ ਦਾ ਪੇੜ ਸੀ। ਜੈਕ ਨੇ ਉਸ ਵੱਡੇ ਬੀਨ ਦੇ ਪੇੜ ਤੇ ਛਾਲ ਮਾਰੀ ਤੇ ਉਹਦੇ ਟੇਢੇ ਮੇਢੇ ਪੱਤਿਆਂ ਤੇ ਪੌੜੀਆਂ ਦੀ ਤਰ੍ਹਾਂ ਚੜਨ ਲੱਗਾ। ਕੁਝ ਦੇਰ ਚੜਨ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਇੱਕ ਅਜੀਬ ਜਗ੍ਹਾ ਤੇ ਪਾਇਆ। ਉੱਥੇ ਸਭ ਕੁਝ ਵੱਡਾ ਸੀ। ਉਹਨੇ ਇੱਕ ਫੁੱਲਾਂ ਨਾਲ ਭਰਿਆ ਰਸਤਾ ਵੇਖਿਆ ਜਿਸ ਦੇ ਕਿਨਾਰੇ ਤੇ ਇੱਕ ਵੱਡਾ ਜਿਹਾ ਘਰ ਸੀ। ਜੈਕ ਉਸ ਘਰ ਦੇ ਵੱਲ ਪਹੁੰਚਿਆ ਅਤੇ ਉਹਨੇ ਬੂਹਾ ਖੜਕਾਇਆ। ਇੱਕ ਵੱਡੀ ਜਿਹੀ ਜਨਾਨੀ ਨੇ ਅੰਦਰੋਂ ਜਵਾਬ ਦਿੱਤਾ, ਮੈਂ ਤੁਹਾਡੇ ਤੋਂ ਪੁੱਛਣ ਵਾਲਾ ਸੀ ਕਿ ਤੁਹਾਡੇ ਕੋਲ ਖਾਣ ਲਈ ਕੁਝ ਹੈ? ਹਾਂ ਹੈਗਾ, ਪਰ ਤੈਨੂੰ ਮੇਰੇ ਘਰ ਵਾਲੇ ਦੇ ਆਉਣ ਤੋਂ ਪਹਿਲਾਂ ਇੱਥੋਂ ਜਾਣਾ ਪਵੇਗਾ ਕਿਉਂਕਿ ਮੇਰੇ ਘਰ ਵਾਲੇ ਨੂੰ ਨਿੱਕੇ ਬੱਚੇ ਬਹੁਤ ਪਸੰਦ ਹਨ ਅਤੇ ਉਹ ਉਹਨਾਂ ਨੂੰ ਖਾ ਜਾਂਦਾ ਹੈ। ਜੈਕ ਬਹੁਤ ਡਰਿਆ ਹੋਇਆ ਸੀ ਪਰ ਉਨਾ ਹੀ ਭੁੱਖਾ ਵੀ ਸੀ। ਜਿਵੇਂ ਉਹ ਕੁਝ ਖਾਣ ਦੇ ਲਈ ਟੇਬਲ ਤੇ ਬੈਠਿਆ, ਉਹਨੇ ਸੁਣਿਆ ਕਿ ਕੋਈ ਗਹਿਰੀ ਆਵਾਜ਼ ਵਿੱਚ ਬਾਹਰ ਗੱਲਾਂ ਕਰ ਰਿਹਾ ਸੀ। ਮੈਨੂੰ ਬੱਚੇ ਦੀ ਖੁਸ਼ਬੂ ਆ ਰਹੀ ਹੈ। ਕੱਚਾ ਜਾਂ ਪੱਕਾ ਕਿਹੋ ਜਿਹਾ ਵੀ ਹੋਵੇ, ਮੈਂ ਉਹਨੂੰ ਲੱਭ ਕੇ ਰਹਾਂਗਾ। ਉਸ ਜਨਾਨੀ ਨੇ ਜੈਕ ਨੂੰ ਆਵਾਜ਼ ਦਿੱਤੀ, ਹੁਣੇ ਇਸੇ ਵੇਲੇ ਜਾ ਕੇ ਅਵਨ ਵਿੱਚ ਲੁਕ ਜਾ ਨਿੱਕੇ ਬੱਚੇ। ਜੈਕ ਅਵਨ ਵਿੱਚ ਜਾ ਕੇ ਲੁਕ ਗਿਆ। ਉਹ ਰਾਖਸ਼ਸ ਕਿਚਨ ਵਿੱਚ ਜਾ ਕੇ ਸੁੰਘਣ ਲੱਗਿਆ। ਮੈਨੂੰ ਬੱਚੇ ਦੀ ਖੁਸ਼ਬੂ ਆ ਰਹੀ ਹੈ। ਤੁਸੀਂ ਕੀ ਕਹਿ ਰਹੇ ਹੋ ਜੀ? ਸ਼ਾਇਦ ਤੁਹਾਨੂੰ ਉਸ ਮੀਟ ਦੀ ਖੁਸ਼ਬੂ ਆ ਰਹੀ ਹੈ ਜਿਹੜਾ ਮੈਂ ਕੱਲ ਬਿੱਲੀ ਨੂੰ ਖਵਾਇਆ ਸੀ। ਖਾਣਾ ਹੋ ਜਾਣ ਤੋਂ ਬਾਅਦ
ਉਹ ਰਾਖਸ਼ ਆਪਣੇ ਸੋਨੇ ਦੇ ਸਿੱਕੇ ਗਿਣਨ ਲੱਗਾ। ਕੁਝ ਚਿਰ ਬਾਅਦ ਉਹ ਗਿਣਦੇ ਗਿਣਦੇ ਥੱਕ ਗਿਆ ਅਤੇ ਸੌਂ ਗਿਆ। ਜੈਕ ਅਵਨ ਵਿੱਚੋਂ ਬਾਹਰ ਆਇਆ ਤੇ ਉਹਨੇ ਸੋਨੇ ਦਾ ਬੈਗ ਲੈ ਲਿਆ। ਉਹਨੇ ਬੈਗ ਨੂੰ ਬੀਨ ਦੇ ਪੇੜ ਦੇ ਥੱਲੇ ਸੁੱਟਿਆ ਅਤੇ ਉਹ ਪੇੜ ਤੋਂ ਥੱਲੇ ਉਤਰਨ ਲੱਗਾ। ਉਹਨੇ ਸੋਨੇ ਦੇ ਭਰੇ ਬੈਗ ਨੂੰ ਚੱਕਿਆ ਅਤੇ ਘਰ ਦੇ ਅੰਦਰ ਦੌੜਦਾ ਹੋਇਆ ਗਿਆ। ਜੈਕ ਦੀ ਮਾਂ ਨੇ ਸੋਨੇ ਨੂੰ ਵੇਖਿਆ ਤਾਂ ਉਹ ਬਹੁਤ ਖੁਸ਼ ਹੋਈ। ਉਸ ਦਿਨ ਤੋਂ ਬਾਅਦ ਉਹ ਕਦੇ ਗਰੀਬ ਨਹੀਂ ਰਹੇ। ਪਰ ਕੁਝ ਮਹੀਨਿਆਂ ਬਾਅਦ ਜੋ ਕੁਝ ਵੀ ਸੋਨੇ ਦਾ ਉਹਨਾਂ ਕੋਲ ਸੀ ਉਹ ਖਤਮ ਹੋ ਗਿਆ। ਜਦ ਹੋਰ ਕੋਈ ਰਸਤਾ ਨਹੀਂ ਸੀ, ਜੈਕ ਫਿਰ ਤੋਂ ਬੀਨ ਦੇ ਪੇੜ ਤੇ ਚੜ੍ਹ ਕੇ ਉਸ ਰਾਖਸ਼ ਦੇ ਘਰ ਪੁੱਜਿਆ। ਪਿਛਲੀ ਵਾਰ ਜਦੋਂ ਤੂੰ ਇੱਥੇ ਆਇਆ ਸੀ ਤਾਂ ਸਾਡਾ ਇੱਕ ਸੋਨੇ ਦਾ ਬੈਗ ਚੋਰੀ ਹੋ ਗਿਆ ਸੀ। ਪਰ ਫਿਰ ਵੀ ਉਹਨੇ ਜੈਕ ਨੂੰ ਪਿਆਰ ਨਾਲ ਅੰਦਰ ਬੁਲਾਇਆ। ਥੋੜੀ ਦੇਰ ਵਿੱਚ ਰਾਖਸ਼ ਘਰ ਪਹੁੰਚਿਆ। ਮੈਨੂੰ ਬੱਚੇ ਦੀ ਖੁਸ਼ਬੂ ਆ ਰਹੀ ਹੈ। ਕੱਚਾ ਜਾਂ ਪੱਕਾ ਕਿਹੋ ਜਿਹਾ ਵੀ ਹੋਵੇ, ਮੈਂ ਉਹਨੂੰ ਲੱਭ ਕੇ ਰਹਾਂਗਾ। ਰਾਖਸ਼ ਦੀ ਆਵਾਜ਼ ਸੁਣਦੇ ਹੀ ਜੈਕ ਅਵਨ ਵਿੱਚ ਜਾ ਕੇ ਲੁਕ ਗਿਆ। ਖਾਣਾ ਹੋ ਜਾਣ ਮਗਰੋਂ ਰਾਖਸ਼ ਨੇ ਆਪਣੀ ਘਰਵਾਲੀ ਨੂੰ ਮੁਰਗੀ ਲਿਆਉਣ ਦੇ ਲਈ ਕਿਹਾ। ਜਦੋਂ ਘਰਵਾਲੀ ਮੁਰਗੀ ਲੈ ਕੇ ਆਈ, ਉਹਨੇ ਉਸ ਮੁਰਗੀ ਨੂੰ ਅੰਡਾ ਦੇਣ ਲਈ ਕਿਹਾ। ਜੈਕ ਨੂੰ ਇਹ ਵੇਖ ਕੇ ਤਾਜਬ ਹੋਇਆ ਕਿ ਉਸ ਮੁਰਗੀ ਨੇ ਸੋਨੇ ਦਾ ਅੰਡਾ ਦਿੱਤਾ। ਤੇ ਜਦੋਂ ਰਾਖਸ਼ ਸੌਂ ਗਿਆ, ਜੈਕ ਅਵਨ ਵਿੱਚੋਂ ਬਾਹਰ ਆਇਆ ਤੇ ਉਸਨੇ ਮੁਰਗੀ ਨੂੰ ਚੱਕਿਆ ਅਤੇ ਥੱਲੇ ਵੱਲ ਦੌੜਿਆ। ਸੋਨੇ ਦੇ ਅੰਡਿਆਂ ਦੀ ਵਜ੍ਹਾ ਨਾਲ ਜੈਕ ਤੇ ਉਹਦੀ ਮਾਂ ਫਿਰ ਤੋਂ ਅਮੀਰ ਹੋ ਗਏ ਸੀ। ਪਰ ਕੁਝ ਸਮੇਂ ਬਾਅਦ ਜੈਕ ਨੇ ਫਿਰ ਤੋਂ ਆਪਣਾ ਲੱਕ ਟਰਾਈ ਕਰਨ ਦੀ ਸੋਚੀ ਅਤੇ ਉਹ ਬੀਨ ਦੇ ਪੇੜ ਤੇ ਚੜ੍ਹ ਗਿਆ। ਇਸ ਵਾਰ ਉਹ ਰਾਖਸ਼ ਦੇ ਘਰ ਵਿੱਚ ਚੁਪਕੇ ਨਾਲ ਵੜ ਗਿਆ, ਉਹਦੀ ਘਰਵਾਲੀ ਤੋਂ ਲੁਕਦੇ ਹੋਏ, ਅਤੇ ਵੱਡੇ ਜਿਹੇ ਕਾਪਰ ਦੇ ਪੌਟ ਵਿੱਚ ਜਾ ਕੇ ਲੁਕ ਕੇ ਬਹਿ ਗਿਆ। ਥੋੜੀ ਦੇਰ ਮਗਰੋਂ ਰਾਖਸ਼ ਆਇਆ। ਮੈਨੂੰ ਬੱਚੇ ਦੀ ਖੁਸ਼ਬੂ ਆ ਰਹੀ ਹੈ। ਕੱਚਾ ਜਾਂ ਪੱਕਾ ਕਿਹੋ ਜਿਹਾ ਵੀ ਹੋਵੇ, ਮੈਂ ਉਹਨੂੰ ਲੱਭ ਕੇ ਰਹਾਂਗਾ। ਇਸ ਵਾਰ ਰਾਖਸ਼ ਦੀ ਘਰਵਾਲੀ ਨੇ ਜੈਕ ਨੂੰ ਪਕੜਵਾਉਣ ਦਾ ਤੈਅ ਕੀਤਾ। ਜੇ ਕੋਈ ਬੱਚਾ ਹੈ ਤਾਂ ਸ਼ਾਇਦ ਅਵਨ ਵਿੱਚ ਹੋਵੇਗਾ। ਜੈਕ ਕਿਤੇ ਹੋਰ ਲੁਕਿਆ ਸੀ। ਰਾਖਸ਼ ਅਤੇ ਉਹਦੀ ਘਰਵਾਲੀ ਨੇ ਸਾਰਾ ਘਰ ਛਾਣ ਮਾਰਿਆ, ਪਰ ਉਹਨਾਂ ਨੂੰ ਬੱਚਾ ਨਹੀਂ ਮਿਲਿਆ। ਖਾਣ ਤੋਂ ਬਾਅਦ ਰਾਖਸ਼ ਨੇ ਸੋਨੇ ਦੀ ਵੀਣਾ ਟੇਬਲ ਤੇ ਰੱਖੀ ਅਤੇ ਉਹਨੂੰ ਵਜਣ ਦਾ ਹੁਕਮ ਦਿੱਤਾ। ਵੀਣਾ ਵਜਣ ਲੱਗੀ ਅਤੇ ਰਾਖਸ਼ ਸੌਂ ਗਿਆ। ਇਸ ਵਾਰ ਜੈਕ ਨੂੰ ਇਹ ਵੀਣਾ ਕਿਸੇ ਵੀ ਕੀਮਤ ਤੇ ਹਾਸਲ ਕਰਨੀ ਸੀ। ਇਸ ਲਈ ਉਹ ਰਾਖਸ਼ ਦੇ ਗੋਡਿਆਂ ਤੇ ਚੜ੍ਹਦਾ ਹੋਇਆ ਟੇਬਲ ਤੇ ਪਹੁੰਚਿਆ। ਪਰ ਕੁਝ ਅਜਿਹਾ ਹੋਇਆ ਜੋ ਉਹ ਸੋਚ ਵੀ ਨਹੀਂ ਸਕਦਾ ਸੀ। ਹੈਲਪ! ਵੀਣਾ ਚੀਖੀ। ਜੈਕ ਨੇ ਵੀਣਾ ਨੂੰ ਆਪਣੀ ਪਿੱਠ ਤੇ ਲੈ ਕੇ ਟੇਬਲ ਤੋਂ ਛਾਲ ਮਾਰੀ। ਰਾਖਸ਼ ਉੱਠ ਗਿਆ ਅਤੇ ਜੈਕ ਦੇ ਪਿੱਛੇ ਦੌੜਿਆ। ਜੈਕ ਬੀਨ ਦੇ ਪੇੜ ਤੋਂ ਤੇਜ਼ੀ ਨਾਲ ਉਤਰਨ ਲੱਗਾ ਅਤੇ ਰਾਖਸ਼ ਉਹਦੇ ਪਿੱਛੇ ਪਿੱਛੇ। ਜਦੋਂ ਘਰ ਪਹੁੰਚਿਆ, ਜੈਕ ਨੇ ਆਪਣੀ ਮਾਂ ਨੂੰ ਬੁਲਾਇਆ। ਮਾਂ, ਛੇਤੀ ਤਿਆਰ ਵੀ ਨਾਲ ਲੈ ਆਈ। ਉਹਨਾਂ ਨੇ ਬੀਨ ਦੇ ਪੇੜ ਨੂੰ ਕੱਟਣਾ ਸ਼ੁਰੂ ਕੀਤਾ। ਆਖਰ ਉਹਨਾਂ ਨੇ ਬੀਨ ਦੇ ਪੇੜ ਨੂੰ ਕੱਟ ਦਿੱਤਾ ਅਤੇ ਰਾਖਸ਼ ਜ਼ੋਰ ਨਾਲ ਥੱਲੇ ਜ਼ਮੀਨ ਤੇ ਆ ਡਿੱਗਿਆ।
ਉਹ ਦੋਨੋਂ ਰਾਖਸ਼ ਤੋਂ ਬਚ ਗਏ ਸੀ। ਸ਼ੁਕਰ ਹੈ ਰੱਬਾ, ਅਸੀਂ ਬਚ ਗਏ। ਉਹ ਲੋਕ ਠੀਕ ਸੀ, ਪਰ ਜੈਕ ਨੂੰ ਆਪਣੀ ਹਰਕਤ ਤੇ ਕਾਫੀ ਪਛਤਾਵਾ ਹੋ ਰਿਹਾ ਸੀ। ਉਹ ਆਪਣੇ ਲਾਲਚ ਦੇ ਕਰਕੇ ਅੱਜ ਆਪਣੀ ਜਾਨ ਗਵਾਉਣ ਵਾਲਾ ਸੀ। ਉਹਨੇ ਆਪਣੀ ਮਾਂ ਨੂੰ ਵਾਅਦਾ ਕੀਤਾ ਕਿ ਉਹ ਕਦੇ ਵੀ ਚੋਰੀ ਨਹੀਂ ਕਰੇਗਾ ਅਤੇ ਉਹ ਕੱਲ ਤੋਂ ਬਹੁਤ ਮਿਹਨਤ ਕਰੇਗਾ। ਉਸ ਦਿਨ ਤੋਂ ਬਾਅਦ ਜੈਕ ਤੇ ਉਹਦੀ ਮਾਂ ਕਦੇ ਵੀ ਗਰੀਬ ਨਹੀਂ ਰਹੇ। ਹਾਂ, ਉਹਨਾਂ ਦੇ ਕੋਲ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਸੀ ਮਦਦ ਦੇ ਲਈ, ਪਰ ਜੈਕ ਨੇ ਵੀ ਕੰਮ ਕਰਨਾ ਨਹੀਂ ਛੱਡਿਆ। ਇੱਕ ਨਵੇਂ ਸਾਲ ਪੂਰਬ ਦੀ ਸ਼ਾਮ ਤੇ ਲੋਕੀ ਇੱਧਰ-ਉੱਧਰ ਘੁੰਮ ਕੇ ਨਵਾਂ ਸਾਲ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਡਰਾਵਨੇ, ਬੁੱਢੇ, ਅਜੀਬ ਵਿਖਣ ਵਾਲੇ ਮਿਸਟਰ ਸਕਰੂਜ ਆਪਣੇ ਆਫਿਸ ਦੀ ਬਾਰੀ ਤੋਂ ਬਾਹਰ ਵੇਖ ਰਹੇ ਸੀ। ਕੀ ਬਕਵਾਸ ਹੈ, ਇੰਨੀ ਠੰਡ ਵਿੱਚ ਲੋਕ ਘੁੰਮ ਰਹੇ ਨੇ। ਮੈਨੂੰ ਨਵੇਂ ਸਾਲ ਤੋਂ ਨਫ਼ਰਤ ਹੈ। ਮਿਸਟਰ ਸਕਰੂਜ ਆਪਣੀ ਮੇਜ਼ ਤੇ ਬਹਿ ਕੇ ਉਹਨਾਂ ਸਾਰੇ ਲੋਕਾਂ ਦੀ ਲਿਸਟ ਚੈੱਕ ਕਰ ਰਹੇ ਸੀ ਜਿਨ੍ਹਾਂ ਤੋਂ ਉਹਨਾਂ ਨੂੰ ਪੈਸੇ ਮਿਲਦੇ ਸੀ। ਝੱਕਦੇ ਹੋਏ ਉਹਨਾਂ ਦਾ ਸਹਾਇਕ ਉੱਥੇ ਆਇਆ ਤੇ ਉਹਨਾਂ ਨੂੰ ਪੁੱਛਿਆ, ਕੀ ਇਹ ਹੋ ਸਕਦਾ ਹੈ ਕਿ ਮੈਂ ਅੱਜ ਛੇਤੀ ਚਲਾ ਜਾਵਾਂ? ਤੁਹਾਨੂੰ ਤਾਂ ਪਤਾ ਹੀ ਕਿ ਨਵਾਂ ਸਾਲ ਆ ਰਿਹਾ ਹੈ ਤੇ ਮੈਂ ਆਪਣੇ ਪੁੱਤਰ ਵਾਸਤੇ ਤੋਹਫਾ ਲੈਣਾ ਹੈ। ਬਿਲਕੁਲ ਨਹੀਂ ਜਾ ਸਕਦੇ। ਉਪਹਾਰ ਲੈਣਾ ਹੈ। ਜਾਓ ਜਾ ਕੇ ਕੰਮ ਕਰੋ। ਤੇ ਅੱਜ ਆਖਰੀ ਦਿਨ ਹੈ, ਕਿਉਂ? ਤੁਹਾਨੂੰ ਪਹਿਲੇ ਖਰੀਦ ਲੈਣਾ ਚਾਹੀਦਾ ਸੀ। ਬੜੀ ਉਦਾਸੀ ਦੇ ਨਾਲ ਉਹਨਾਂ ਦਾ ਸਹਾਇਕ ਕੰਮ ਤੇ ਵਾਪਸ ਆ ਗਿਆ। ਉਸੇ ਪਲ ਦਰਵਾਜ਼ਾ ਖੜਕਿਆ। ਉਹਨਾਂ ਦੀ ਤਰ੍ਹਾਂ ਅਜੀਬ ਵਿਖਣ ਵਾਲਾ ਕੁੱਤਾ ਦਰਵਾਜ਼ੇ ਤੇ ਭੌਂਕ ਰਿਹਾ ਸੀ। ਮਿਸਟਰ ਸਕਰੂਜ ਦੇ ਸਹਾਇਕ ਨੇ ਦਰਵਾਜ਼ਾ ਖੋਲ੍ਹਿਆ। ਉਹਨਾਂ ਦੇ ਜਵਾਨ ਭਤੀਜੇ ਉਹਨਾਂ ਨੂੰ ਮਿਲਣ ਆਏ ਸੀ। ਉਹਨਾਂ ਨੇ ਉਹਨਾਂ ਨੂੰ ਨਵੇਂ ਸਾਲ ਦੇ ਡਿਨਰ ਦੇ ਲਈ ਬੁਲਾਵਾ ਦਿੱਤਾ, ਪਰ ਮਿਸਟਰ ਸਕਰੂਜ ਨੂੰ ਨਵਾਂ ਸਾਲ ਮਨਾਉਣਾ ਪਸੰਦ ਨਹੀਂ ਸੀ ਅਤੇ ਉਹਨਾਂ ਨੂੰ ਇਹ ਸਭ ਬਕਵਾਸ ਲੱਗਦਾ ਸੀ। ਇਸ ਲਈ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਉਹਨਾਂ ਨੇ ਮਨਾ ਕਰ ਦਿੱਤਾ। ਉਹਨਾਂ ਦੇ ਭਤੀਜੇ ਦੇ ਚਲੇ ਜਾਣ ਦੇ ਬਾਅਦ ਉਹਨਾਂ ਦਾ ਦਰਵਾਜ਼ਾ ਫਿਰ ਤੋਂ ਖੜਕਿਆ। ਓਹ, ਹੁਣ ਕੀ ਹੈ? ਮੈਨੂੰ ਕੱਲਾ ਛੱਡ ਦੇ, ਮੈਨੂੰ ਕੰਮ ਕਰਨਾ ਹੈ। ਇਸ ਵਾਰ 2 ਲੋਕ ਅੰਦਰ ਆਏ ਤੇ ਉਹਨਾਂ ਨੇ ਪੁੱਛਿਆ ਕਿ ਕੀ ਉਹ ਅਨਾਥਾਂ ਨੂੰ ਕੁਝ ਪੈਸੇ ਦਾਨ ਕਰ ਸਕਦੇ ਨੇ। ਮਿਸਟਰ ਸਕਰੂਜ ਨੇ ਉਹਨਾਂ ਨੂੰ ਪੈਸੇ ਦੇਣ ਤੋਂ ਮਨਾ ਕਰ ਦਿੱਤਾ। ਜਾਓ ਇੱਥੋਂ, ਜਾਓ, ਦੂਜੇ ਦਰਵਾਜ਼ੇ ਤੇ ਜਾਓ। ਮੇਰੇ ਕੋਲ ਸੜਕਾਂ ਤੇ ਸੁੱਟਣ ਦੇ ਲਈ ਪੈਸੇ ਨਹੀਂ ਨੇ। ਨਿਰਾਸ਼ ਹੋ ਕੇ ਉਹ ਲੋਕੀ ਵੀ ਚਲੇ ਗਏ। ਸ਼ਾਮ ਨੂੰ ਮਿਸਟਰ ਸਕਰੂਜ ਘਰ ਚਲੇ ਗਏ। ਉਹਨਾਂ ਨੇ ਪਜਾਮਾ ਪਾਇਆ ਤੇ ਸੋਫੇ ਤੇ ਬਹਿ ਗਏ ਤੇ ਉਸੇ ਪਲ ਕੁਝ ਅਜੀਬ ਜਿਹੀਆਂ ਚੀਜ਼ਾਂ ਹੋਣ ਲੱਗੀਆਂ। ਬੂਹੇ ਬਾਰੀਆਂ ਆਪਣੇ ਆਪ ਖੁੱਲਣ ਬੰਦ ਹੋਣ ਲੱਗੇ। ਦਰਵਾਜ਼ੇ ਤੋਂ ਡਰਾਵਨੀ ਆਵਾਜ਼ਾਂ ਆਉਣ ਲੱਗੀਆਂ। ਚਾਰੋਂ ਪਾਸੇ ਅਜੀਬ ਆਵਾਜ਼ਾਂ ਘੁੰਮਣ ਲੱਗੀਆਂ। ਕੁੱਤੇ ਨੇ ਫਿਰ ਤੋਂ ਇੱਕ ਵਾਰ ਭੌਂਕਣਾ ਸ਼ੁਰੂ ਕਰ ਦਿੱਤਾ। ਮਿਸਟਰ ਸਕਰੂਜ ਨੇ ਪਹਿਲਾਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ, ਪਰ ਅਚਾਨਕ ਉਹਨਾਂ ਨੂੰ ਆਪਣੇ ਸਾਹਮਣੇ ਇੱਕ ਭੂਤ ਨਜ਼ਰ ਆਇਆ। ਮਿਸਟਰ ਸਕਰੂਜ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਇੰਨਾ ਨਹੀਂ ਡਰੇ ਸੀ। ਭੂਤ ਉਹਨਾਂ ਦਾ ਇੱਕ ਆਫਿਸ ਦਾ ਦੋਸਤ ਸੀ ਜਿਸ ਦੀ ਹੁਣੇ-ਹੁਣੇ ਮੌਤ ਹੋਈ ਸੀ। ਬੜੀ ਮੁਸ਼ਕਲ ਨਾਲ ਮਿਸਟਰ ਸਕਰੂਜ ਬੋਲੇ, ਤੂੰ? ਪਰ ਇਹ ਕਿਵੇਂ ਹੋ ਸਕਦਾ ਹੈ? ਤੂੰ ਤਾਂ ਮਰ ਚੁੱਕਿਆ ਹੈ। ਚਲ ਜਾ ਇੱਥੋਂ, ਚਲ ਜਾ ਇੱਥੋਂ। ਮੈਨੂੰ ਕੱਲਾ ਛੱਡ ਦੇ। ਮੈਂ ਕੁਝ ਨਹੀਂ ਕੀਤਾ। ਭੂਤ ਦੇ ਹੱਥ ਤੇ ਪੈਰ ਹੱਥਕੜੀ ਨਾਲ ਬੰਨੇ ਹੋਏ ਸੀ। ਉਹਨੇ ਮਿਸਟਰ ਸਕਰੂਜ ਨੂੰ ਦੱਸਿਆ ਕਿ ਉਸ ਦੇ ਸਵਾਰਥ ਤੇ ਲਾਲਚ ਦੀ ਵਜ੍ਹਾ ਨਾਲ ਉਹਨੂੰ ਦੰਡ ਮਿਲਿਆ ਤੇ ਉਹਨੂੰ ਹੱਥਕੜੀ ਸਮੇਤ ਹੀ ਪੂਰੀ ਦੁਨੀਆ ਵਿੱਚ ਘੁੰਮਣਾ ਹੈ। ਇਸ ਕਰਕੇ ਉਹਨੇ ਮਿਸਟਰ ਸਕਰੂਜ ਨੂੰ ਚੇਤਾਵਨੀ ਦਿੱਤੀ ਕਿ ਉਹ ਅਜਿਹੀ ਗਲਤੀ ਨਾ ਕਰੇ। ਤੂੰ ਜਾ ਅਤੇ ਮੈਨੂੰ ਨਸੀਹਤ ਨਾ ਦੇ। ਤੂੰ ਮਰ ਚੁੱਕਿਆ ਹੈ। ਆਪਣੀ ਸਜ਼ਾ ਭੁਗਤ। ਠੀਕ ਹੈ ਤਾਂ ਫੇਰ ਸਿਰਫ ਤੈਨੂੰ ਚੇਤਾਵਨੀ ਦੇਣੀ ਸੀ। ਹੁਣ 3 ਭੂਤ ਤੈਨੂੰ ਮਿਲਣ ਆਉਣਗੇ। ਉਹਨਾਂ ਵਿੱਚੋਂ ਇੱਕ ਤੇਰਾ ਤੈਨੂੰ ਅਤੀਤ ਵਿਖਾਵੇਗਾ, ਦੂਜਾ ਵਰਤਮਾਨ ਅਤੇ ਆਖਰੀ ਭੂਤ ਤੈਨੂੰ ਤੇਰਾ ਭਵਿੱਖ ਦਾ ਜੀਵਨ ਵਿਖਾਵੇਗਾ। ਮਿਸਟਰ ਸਕਰੂਜ ਨੇ ਇੰਝ ਜਤਾਇਆ ਜਿਵੇਂ ਕੁਝ ਵੀ ਨਾ ਹੋਇਆ ਹੋਵੇ ਤੇ ਉਹ ਬਿਸਤਰ ਤੇ ਸੌਣ ਦੇ ਲਈ ਚਲੇ ਗਏ।
ਤਦੇ ਹੀ ਉਹਨਾਂ ਨੂੰ ਇੱਕ ਰੌਸ਼ਨੀ ਨਜ਼ਰ ਆਈ। ਜਿਵੇਂ ਹੀ ਮਿਸਟਰ ਸਕਰੂਜ ਨੇ ਅੱਖਾਂ ਖੋਲ੍ਹੀਆਂ, ਉਹਨਾਂ ਨੂੰ ਇੱਕ ਬੱਚੇ ਦਾ ਭੂਤ ਨਜ਼ਰ ਆਇਆ। ਇਹ ਪਿਛਲੇ ਸਾਲਾਂ ਦੇ ਨਵੇਂ ਸਾਲ ਦਾ ਭੂਤ ਸੀ। ਮਿਸਟਰ ਸਕਰੂਜ ਹੈਰਾਨ ਹੋ ਗਏ। ਹਾਏ, ਹੁਣ ਅਸੀਂ ਅਤੀਤ ਦਾ ਨਿੱਕਾ ਜਿਹਾ ਸਫ਼ਰ ਕਰਾਂਗੇ। ਇਹ ਕੀ ਹੋ ਰਿਹਾ ਹੈ? ਕੋਈ ਮੇਰੀ ਮਦਦ ਕਰੋ। ਭੂਤ ਮਿਸਟਰ ਸਕਰੂਜ ਨੂੰ ਉਹਨਾਂ ਦੇ ਬਚਪਨ ਵਿੱਚ ਲੈ ਗਿਆ ਅਤੇ ਉੱਥੇ ਮਿਸਟਰ ਸਕਰੂਜ ਇੱਕ ਬੱਚੇ ਦੇ ਰੂਪ ਵਿੱਚ ਸੀ। ਸਕੂਲ ਵਿੱਚ ਆਪਣੇ ਦੋਸਤਾਂ ਦੇ ਨਾਲ ਕ੍ਰਿਸਮਸ ਟਰੀ ਸਜਾ ਰਹੇ ਸੀ। ਬੱਚਿਆਂ ਨੂੰ ਬਹੁਤ ਮਜ਼ਾ ਆ ਰਿਹਾ ਸੀ। ਮਿਸਟਰ ਸਕਰੂਜ ਵੀ ਬਹੁਤ ਖੁਸ਼ ਸੀ। ਬਾਅਦ ਵਿੱਚ ਭੂਤ ਉਹਨਾਂ ਨੂੰ ਉਹਨਾਂ ਦੇ ਪਹਿਲੇ ਮਾਲਕ ਦੇ ਘਰ ਲੈ ਗਿਆ ਜਦੋਂ ਉਹ ਜਵਾਨ ਸੀ। ਸਾਰੇ ਆਪਣੇ ਮਾਲਕ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਬਹੁਤ ਚੰਗਾ ਸਮਾਂ ਗੁਜ਼ਾਰ ਰਹੇ ਸੀ। ਮਿਸਟਰ ਸਕਰੂਜ ਦੀ ਘਰਵਾਲੀ ਵੀ ਉੱਥੇ ਹੀ ਸੀ। ਉਹ ਇਕੱਠੇ ਨੱਚ ਰਹੇ ਸੀ, ਖੂਬ ਮਜ਼ੇ ਕਰ ਰਹੇ ਸੀ। ਤੇ ਆਖਰ ਵਿੱਚ ਭੂਤ ਉਹਨਾਂ ਨੂੰ ਇੱਕ ਹੋਰ ਨਵੇਂ ਸਾਲ ਦੀ ਪੂਰਵ ਸੰਧਿਆ ਤੇ ਲੈ ਗਿਆ ਜੋ ਅਤੀਤ ਵਿੱਚ ਸੀ, ਪਰ ਉਹਨਾਂ ਦਾ ਬਾਅਦ ਦਾ ਅਤੀਤ। ਉਹਨਾਂ ਦੀ ਘਰਵਾਲੀ ਰੋ ਰਹੀ ਸੀ। ਇਸ ਤੋਂ ਪਹਿਲਾਂ ਅਸੀਂ ਕਿੰਨੇ ਮਜ਼ੇ ਕਰਦੇ ਸੀ, ਤੁਸੀਂ ਮੇਰਾ ਕਿੰਨਾ ਖਿਆਲ ਰੱਖਦੇ ਸੀ, ਮੈਨੂੰ ਪਿਆਰ ਕਰਦੇ ਸੀ, ਪਰ ਹੁਣ ਤੁਹਾਨੂੰ ਸਿਰਫ ਪੈਸਿਆਂ ਨਾਲ ਪਿਆਰ ਹੈ। ਮੇਰੀ ਤੁਹਾਡੀ ਜ਼ਿੰਦਗੀ ਵਿੱਚ ਕੋਈ ਜਗ੍ਹਾ ਨਹੀਂ ਹੈ। ਇਹਨੂੰ ਹੋਰ ਜ਼ਿਆਦਾ ਨਾ ਵੇਖ ਸਕਣ ਕਰਕੇ ਮਿਸਟਰ ਸਕਰੂਜ ਨੇ ਭੂਤ ਨੂੰ ਵਾਪਸ ਲਿਜਾਣ ਦੇ ਲਈ ਕਿਹਾ। ਤੇ ਅਚਾਨਕ ਉਹ ਘਰ ਵਿੱਚ ਸੀ। ਇਸ ਵਾਰ ਇੱਕ ਵੱਡੇ ਹਰੇ ਰੰਗ ਦਾ ਭੂਤ ਉਹਨਾਂ ਦੇ ਸਾਹਮਣੇ ਪ੍ਰਗਟ ਹੋਇਆ। ਹੁਣ ਮਿਸਟਰ ਸਕਰੂਜ ਹੋਰ ਵੀ ਜ਼ਿਆਦਾ ਘਬਰਾ ਗਏ। ਇਹ ਇਸ ਨਵੇਂ ਸਾਲ ਦਾ ਭੂਤ ਸੀ। ਆਓ ਮੇਰੇ ਨਾਲ ਵੇਖਦੇ ਹਾਂ ਇਸ ਨਵੇਂ ਸਾਲ ਵਿੱਚ ਕੀ ਹੋ ਰਿਹਾ ਹੈ। ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦੇ, ਉਹਨਾਂ ਨੇ ਆਪਣੇ ਆਪ ਨੂੰ ਆਪਣੇ ਸਹਾਇਕ ਦੇ ਘਰ ਵਿੱਚ ਵੇਖਿਆ। ਉਹਨਾਂ ਦੇ ਗਰੀਬ ਸਹਾਇਕ ਦੇ ਘਰ ਵਿੱਚ ਇੱਕ ਬਹੁਤ ਹੀ ਸਧਾਰਨ ਡਿਨਰ ਟੇਬਲ ਸੀ। ਮਿਸਟਰ ਸਕਰੂਜ ਨੂੰ ਲੱਗਿਆ ਕਿ ਪਰਿਵਾਰ ਵਿੱਚ ਹਰ ਕੋਈ ਉਹਨਾਂ ਤੋਂ ਨਫ਼ਰਤ ਕਰਦਾ ਹੈ, ਪਰ ਉਹਨਾਂ ਨੇ ਵੇਖਿਆ ਕਿ ਅਜਿਹੀ ਕੋਈ ਗੱਲ ਨਹੀਂ ਹੈ। ਉਹਨਾਂ ਦਾ ਸਹਾਇਕ ਖੜਾ ਹੋਇਆ। ਮੈਨੂੰ ਕੰਮ ਕਰਨ ਦਾ ਮੌਕਾ ਦੇਣ ਅਤੇ ਸਮੇਂ ਤੇ ਤਨਖਾਹ ਦੇਣ ਦੇ ਲਈ ਮੈਂ ਮਿਸਟਰ ਸਕਰੂਜ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ। ਅੱਜ ਅਸੀਂ ਉਹਨਾਂ ਦੇ ਕਰਕੇ ਹੀ ਖਾਣਾ ਖਾ ਪਾ ਰਹੇ ਹਾਂ। ਭਾਵੇਂ ਮਿਸਟਰ ਸਕਰੂਜ ਆਪਣੇ ਸਹਾਇਕ ਦੇ ਲਈ ਹਰ ਮੌਕੇ ਤੇ ਬੁਰਾ ਵਿਹਾਰ ਕਰਦੇ ਸੀ, ਪਰ ਉਹ ਉਹਨਾਂ ਦਾ ਕਿੰਨਾ ਆਭਾਰੀ ਸੀ, ਇਹ ਵੇਖ ਕੇ ਉਹਨਾਂ ਨੂੰ ਹੈਰਾਨੀ ਹੋਈ। ਬਾਅਦ ਵਿੱਚ ਉਹਨਾਂ ਨੇ ਸਹਾਇਕ ਦੇ ਬਿਮਾਰ ਬੱਚੇ ਨੂੰ ਵੇਖਿਆ। ਬੱਚਾ ਟੇਬਲ ਦੇ ਉੱਪਰੀ ਕੋਨੇ ਤੇ ਆਪਣੀ ਵੀਲ ਚੇਅਰ ਤੇ ਬੈਠਾ ਹੋਇਆ ਸੀ। ਉਹ ਦੁਬਲਾ ਪਤਲਾ ਤੇ ਬਿਮਾਰ ਲੱਗ ਰਿਹਾ ਸੀ। ਮਿਸਟਰ ਸਕਰੂਜ ਨੂੰ ਬੱਚੇ ਦੇ ਲਈ ਬਹੁਤ ਦੁੱਖ ਹੋਇਆ। ਇਹ ਬੱਚਾ ਬਹੁਤ ਬਿਮਾਰ ਹੈ ਅਤੇ ਇਸ ਦੇ ਕੋਲ ਜ਼ਿਆਦਾ ਸਮਾਂ ਨਹੀਂ ਬਚਿਆ। ਇਹ ਸੁਣਨ ਤੋਂ ਬਾਅਦ ਮਿਸਟਰ ਸਕਰੂਜ ਦੀ ਉਦਾਸੀ ਹੋਰ ਵੱਧ ਗਈ। ਇਸ ਦੇ ਬਾਅਦ ਭੂਤ ਉਹਨਾਂ ਨੂੰ ਉਹਨਾਂ ਦੇ ਭਤੀਜੇ ਦੇ ਘਰ ਲੈ ਗਿਆ। ਉਹਦਾ ਪਰਿਵਾਰ ਖਾਣਾ ਖਾਂਦੇ ਟਾਈਮ ਬਹੁਤ ਮਜ਼ੇ ਕਰ ਰਿਹਾ ਸੀ। ਉੱਥੇ ਇੱਕ ਖਾਲੀ ਸੀਟ ਵੀ ਸੀ ਜੋ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ। ਕਾਸ਼ ਅੱਜ ਅੰਕਲ ਵੀ ਸਾਡੇ ਨਾਲ ਹੁੰਦੇ। ਮਿਸਟਰ ਸਕਰੂਜ ਨੂੰ ਇਸ ਗੱਲ ਦੀ ਜ਼ਰਾ ਵੀ ਉਮੀਦ ਨਹੀਂ ਸੀ। ਉਹ ਤਾਂ ਹਮੇਸ਼ਾ ਇਹੀ ਸੋਚਦੇ ਸੀ ਕਿ ਉਹਨਾਂ ਦਾ ਪਰਿਵਾਰ ਉਹਨਾਂ ਤੋਂ ਨਫ਼ਰਤ ਕਰਦਾ ਹੈ। ਉਸੇ ਵੇਲੇ ਭੂਤ ਨੇ ਉਹਨਾਂ ਨੂੰ ਦੱਸਿਆ ਕਿ ਹੁਣ ਉਹਨਾਂ ਦਾ ਮਰਨ ਦਾ ਸਮਾਂ ਆ ਗਿਆ ਤੇ ਉਸਨੇ ਜੈਕਟ ਦੇ ਅੰਦਰ ਦੇ 2 ਬੱਚੇ ਵਿਖਾਏ, ਇੱਕ ਮੁੰਡਾ ਤੇ ਇੱਕ ਕੁੜੀ। ਪਰ ਉਹਨਾਂ ਦੇ ਦੁਬਲੇ ਪਤਲੇ ਸਰੀਰ ਤੇ ਡਰਾਵਨੇ ਚਿਹਰਿਆਂ ਦੇ ਨਾਲ ਉਹ ਬੱਚਿਆਂ ਦੀ ਬਜਾਏ 2 ਪੁਰਾਣੇ ਕੰਕਾਲਾਂ ਵਾਂਗ ਨਜ਼ਰ ਆ ਰਹੇ ਸੀ। ਇਹਨਾਂ ਬੱਚਿਆਂ ਨੂੰ ਧਿਆਨ ਨਾਲ ਵੇਖੋ। ਇਹ ਲਾਲਚੀ ਅਤੇ ਮਾੜੇ ਲੋਕਾਂ ਦੇ ਆਗੂ ਹਨ। ਇਹ ਤੁਹਾਡੇ ਮਰਨ ਦਾ ਵੇਲਾ ਹੈ। ਤੁਸੀਂ ਮੁੰਡੇ ਤੇ ਖਾਸ ਧਿਆਨ ਦਿਓ। ਵੱਡਾ ਹਰਾ ਭੂਤ ਵੀ ਗਾਇਬ ਹੋ ਗਿਆ। ਮਿਸਟਰ ਸਕਰੂਜ ਨੂੰ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਭੂਤ ਉਹਨਾਂ ਨੂੰ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਅਚਾਨਕ ਉਹ ਘੜੀ ਦੀ ਆਵਾਜ਼ ਤੋਂ ਚੌਂਕ ਗਏ। ਇਹ ਅੱਧੀ ਰਾਤ ਦਾ ਸਮਾਂ ਸੀ। ਇਸ ਵਾਰ ਉਹਨਾਂ ਦੇ ਸਾਹਮਣੇ ਇੱਕ ਗਹਿਰਾ ਤੇ ਡਰਾਵਨਾ ਭੂਤ ਨਜ਼ਰ ਆਇਆ। ਇਹ ਉਹਨਾਂ ਦੇ ਭਵਿੱਖ ਦਾ ਭੂਤ ਸੀ। ਉਹ ਮਿਸਟਰ ਸਕਰੂਜ ਨੂੰ ਉਹਨਾਂ ਦੇ ਅੰਤਮ ਸੰਸਕਾਰ ਵਿੱਚ ਲੈ ਕੇ ਆਇਆ ਸੀ। ਲੋਕੀ ਕਬਰਿਸਤਾਨ ਤੇ ਉਹਨਾਂ ਦੀ ਕਬਰ ਤੇ ਇਕੱਠੇ ਹੋਏ ਸੀ। ਮਿਸਟਰ ਸਕਰੂਜ ਚੌਂਕ ਗਏ ਜਦ ਉਹਨਾਂ ਨੇ ਆਪਣਾ ਚਿਹਰਾ ਕਬਰ ਦੇ ਪੱਥਰਾਂ ਵਿੱਚ ਵੇਖਿਆ। ਉਹਨਾਂ ਨੇ ਵੇਖਿਆ ਕਿ ਲੋਕੀ ਉਹਨਾਂ ਦੀਆਂ ਗੱਲਾਂ ਕਰ ਰਹੇ ਸੀ
ਤੇ ਉਹਨਾਂ ਨੂੰ ਕਿਵੇਂ ਚੈਨ ਮਿਲਿਆ ਸੀ ਕਿ ਆਖਰਕਾਰ ਉਹ ਚਲੇ ਗਏ। ਉਸ ਪਲ ਮਿਸਟਰ ਸਕਰੂਜ ਨੇ ਮਹਿਸੂਸ ਕੀਤਾ ਕਿ ਸਾਲਾਂ ਤੋਂ ਉਹ ਇੱਕ ਹੋਰ ਵੀ ਬਦਤਰ ਇਨਸਾਨ ਬਣ ਗਏ ਸੀ ਤੇ ਉਹਨਾਂ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਸੀ। ਜਿਨ੍ਹਾਂ ਤੋਂ ਉਹਨਾਂ ਨੇ ਪੈਸੇ ਲੈਣੇ ਸੀ ਉਹ ਉਹਨਾਂ ਦੀ ਮੌਤ ਤੋਂ ਕਿੰਨੇ ਖੁਸ਼ ਸੀ। ਫਿਰ ਉਹਨਾਂ ਦੇ ਸਹਾਇਕ ਦੇ ਬੇਟੇ ਦੀ ਕਬਰ ਨੂੰ ਵੇਖਿਆ। ਉਹਨਾਂ ਦੇ ਉਲਟ ਬੇਟੇ ਦੀ ਕਬਰ ਫੁੱਲਾਂ ਨਾਲ ਸਜੀ ਹੋਈ ਸੀ। ਉਹ ਹੁਣ ਹੋਰ ਨਹੀਂ ਵੇਖ ਪਾ ਰਹੇ ਸੀ, ਸੋ ਉਹਨਾਂ ਨੇ ਭੂਤ ਨੂੰ ਵਾਪਸ ਲਿਜਾਣ ਦੇ ਲਈ ਕਿਹਾ। ਮਿਹਰਬਾਨੀ ਕਰਕੇ ਮੈਨੂੰ ਵਾਪਸ ਲੈ ਚਲੋ। ਹੁਣ ਮੈਂ ਸਮਝ ਗਿਆ, ਮੈਂ ਆਪਣੇ ਜੀਣ ਦਾ ਤਰੀਕਾ ਬਦਲ ਲਵਾਂਗਾ। ਮੈਂ ਉਹ ਸਖਤ ਬੋੜਾ ਅਜੀਬ ਆਦਮੀ ਨਹੀਂ ਲਵਾਂਗਾ, ਤੇਰੇ ਨਾਲ ਵਾਅਦਾ ਕਰਦਾ ਹਾਂ। ਅਚਾਨਕ ਉਹ ਘਰ ਵਿੱਚ ਸੀ। ਖੁਸ਼ਕਿਸਮਤੀ ਨਾਲ ਹਾਲੇ 12 ਨਹੀਂ ਵੱਜੇ ਸੀ। ਉਹਨਾਂ ਦੇ ਕੁੱਤੇ ਨੇ ਭੌਂਕਣਾ ਸ਼ੁਰੂ ਕੀਤਾ। ਮਿਸਟਰ ਸਕਰੂਜ ਨੇ ਵੇਖਿਆ ਕਿ ਹਾਲੇ ਵੀ ਉਹੀ ਦਿਨ ਸੀ। ਹਾਲੇ ਵੀ ਕੁਝ ਚੀਜ਼ਾਂ ਬਦਲਣ ਦਾ ਸਮਾਂ ਉਹਨਾਂ ਦੇ ਕੋਲ ਸੀ। ਬੜੀ ਖੁਸ਼ੀ ਨਾਲ ਉਹ ਸੜਕ ਤੇ ਛਾਲਾਂ ਮਾਰਦੇ ਹੋਏ ਗਏ। ਸਭ ਤੋਂ ਪਹਿਲਾਂ ਉਹ ਕਸਾਈ ਦੇ ਕੋਲ ਗਏ। ਉਹਨਾਂ ਨੇ ਇੱਕ ਵੱਡੀ ਜਿਹੀ ਟਰਕੀ ਖਰੀਦੀ ਤੇ ਉਹਨੂੰ ਆਪਣੇ ਸਹਾਇਕ ਦੇ ਘਰ ਲਿਜਾਣ ਲਈ ਕਿਹਾ। ਫਿਰ ਉਹਨਾਂ ਨੇ ਇੱਕ ਖਿਡੌਣਾ ਖਰੀਦਿਆ ਤੇ ਉਹਨੂੰ ਆਪਣੇ ਸਹਾਇਕ ਦੇ ਘਰ ਲਿਜਾਣ ਲਈ ਕਿਹਾ। ਫਿਰ ਭੱਜ ਕੇ ਉਹ ਆਪਣੇ ਭਰਾ ਦੇ ਘਰ ਪਹੁੰਚੇ। ਉੱਥੇ ਰਾਤ ਦੇ ਖਾਣੇ ਵਿੱਚ ਸ਼ਾਮਲ ਹੋ ਗਏ, ਜਿਸ ਦੇ ਲਈ ਭਤੀਜੇ ਨੇ ਉਹਨਾਂ ਨੂੰ ਸੱਦਾ ਦਿੱਤਾ ਸੀ। ਉਸ ਰਾਤ ਸਾਰਿਆਂ ਨੇ ਮਿਲ ਕੇ ਨਵੇਂ ਸਾਲ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਸਹਾਇਕ ਦੇ ਬੇਟੇ ਦਾ ਜ਼ਰੂਰੀ ਇਲਾਜ ਕਰਾਉਣ ਦਾ ਫੈਸਲਾ ਕੀਤਾ। ਉਹਨਾਂ ਦੇ ਨਾਲ ਉਹਨਾਂ ਨੇ ਆਪਣੇ ਸੱਕੇ ਪੁੱਤਰ ਵਰਗਾ ਵਿਹਾਰ ਕੀਤਾ। ਉਹਨਾਂ ਨੇ ਗਰੀਬਾਂ ਦੀ ਮਦਦ ਕੀਤੀ। ਉਹ ਲੋਕਾਂ ਦੇ ਨਾਲ ਹੁਣ ਬਿਹਤਰ ਵਿਹਾਰ ਕਰ ਰਹੇ ਸੀ। ਸਭ ਦੇ ਨਾਲ ਪਿਆਰ ਨਾਲ ਪੇਸ਼ ਆਏ। ਹੁਣ ਉਹ ਸਵਾਰਥੀ, ਰੁੱਖੇ ਤੇ ਸਖਤ ਨਹੀਂ ਰਹੇ ਸੀ ਤੇ ਨਾ ਹੀ ਹੁਣ ਉਹ ਉਦਾਂ ਦੇ ਕਦੀ ਹੋਣ ਵਾਲੇ ਸੀ।